ਸੀਨੀਅਰ ਵਕੀਲ ਵਿਨੋਦ ਕਈ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ। ਅਨਮੋਲ ਰਤਨ ਸਿੱਧੂ ਦੀ ਲੈਣਗੇ ਥਾਂ। ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਨਮੋਲ ਰਤਨ ਸਿੱਧੂ ਨੇ ਦਿੱਤਾ ਏਜੀ ਦੇ ਅਹੁਦੇ ਤੋਂ ਅਸਤੀਫਾ। ਏਜੀ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੇ ਬੋਲੇ ਮੁੱਖ ਮੰਤਰੀ ਮਾਨ। ਕਿਹਾ ਸਰਕਾਰ ਦੇ ਵਿੱਚ ਹੁੰਦੇ ਰਹਿੰਦੇ ਨੇ ਪ੍ਰਸ਼ਾਸਨਿਕ ਫੇਰ ਬਦਲ, ਅੱਗੇ ਤੋਂ ਵੀ ਲੈਂਦੇ ਰਹਾਂਗੇ ਅਨਮੋਲ ਰਤਨ ਸਿੱਧੂ ਦੀਆਂ ਸੇਵਾਵਾਂ। ਏਜੀ ਦੇ ਅਸਤੀਫੇ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਸਰਕਾਰ। ਕਾਂਗਰਸ ਬੋਲੀ 5 ਮਹੀਨਿਆਂ ਦੇ ਵਿੱਚ ਟੌਪ 3 ਅਹੁਦਿਆਂ ਤੇ ਹੋਇਆ ਫੇਰ ਬਦਲੀਆਂ ਅਤੇ ਅਸਤੀਫਿਆਂ ਦਾ ਦੌਰ। ਤਾਂ ਬੀਜੇਪੀ ਦਾ ਤੰਜ, ਸਰਕਾਰ ਅਤੇ ਅਫਸਰਾਂ ਦੇ ਵਿਚਾਲੇ ਨਹੀਂ ਬੈਠ ਰਿਹਾ ਤਾਲਮੇਲ। ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਨਿਊਜ਼ 18 ਦੇ ਕੋਲ ਐਕਸਕਲੂਸਿਵ ਜਾਣਕਾਰੀ। ਆਰਮਾਨੀਆ ਦੀ ਜੇਲ੍ਹ ਦੇ ਵਿੱਚ ਰਚੀ ਗਈ ਸੀ ਸਾਜ਼ਿਸ਼। ਲੱਕੀ ਪਟਿਆਲ ਨੇ ਕੀਤੀ ਸੀ ਪਲਾਨਿੰਗ। ਸ਼ਗਨਪ੍ਰੀਤ ਤੇ ਮਿੱਡੂ ਖੇੜਾ ਦੀ ਰੇਕੀ ਕਰਨ ਦੇ ਇਲਜ਼ਾਮ। ਭੂਪੀ ਰਾਣਾ ਸਣੇ 6 ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਾਖਲ। ਫਰੀਦਕੋਟ ਪੁਲਿਸ ਦੀ ਗਿਰਫਤ ਤੋਂ ਭੱਜਿਆ ਕਤਲ ਦਾ ਮੁਲਜ਼ਮ। ਹਸਪਤਾਲ ਦੇ ਵਿੱਚੋਂ ਫਰਾਰ ਹੋਇਆ ਕੈਦੀ। ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਲਿਆਂਦਾ ਗਿਆ ਸੀ ਹਸਪਤਾਲ। ਜਥੇਦਾਰ ਦੀ ਅਪੀਲ ਤੋਂ ਬਾਅਦ ਦਿੱਲੀ ਦੇ ਗੁਰਦੁਆਰੇ ਦੇ ਵਿੱਚ ਲੱਗੇ ਬੰਦੀ ਸਿੱਖਾਂ ਦੇ ਪੋਸਟਰ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਹੋ ਰਹੀ ਹੈ ਮੰਗ। ਅਬੋਹਰ ਦੇ ਪਿੰਡ ਰਾਮਗੜ੍ਹ ਨੂੰ ਲੋਕਾਂ ਨੇ ਪਿੰਡ ਨੂੰ ਕੀਤਾ ਵਿਕਾਊ। ਕਿਹਾ ਹਰ ਸਾਲ ਪੈਂਦੀ ਇੱਥੇ ਪਾਣੀ ਦੀ ਮਾਰ, ਪਰ ਪ੍ਰਸ਼ਾਸਨ ਨਹੀਂ ਲੈਂਦਾ ਕੋਈ ਸਾਹ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਤੇ ਫਰਕ ਤਾਂ ਪੈਂਦਾ ਦੀ ਸ਼ੁਰੂਆਤ ਅੱਜ ਇੱਕ ਵੱਡੇ ਫੇਰ ਬਦਲ ਦੇ ਨਾਲ ਕਰਨ ਜਾ ਰਹੇ ਹਾਂ। ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਵਕੀਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਜੀ ਹਾਂ, ਪੰਜਾਬ ਦੇ ਐਡਵੋਕੇਟ ਜਨਰਲ ਹੁਣ ਅਨਮੋਲ ਰਤਨ ਸਿੱਧੂ ਨਹੀਂ ਨੇ, ਕਿਉਂਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਤੇ ਅਨਮੋਲ ਰਤਨ ਸਿੱਧੂ ਨੇ ਅਸਤੀਫੇ ਦਾ ਕਾਰਨ ਨਿੱਜੀ ਦੱਸਿਆ। ਏਜੀ ਮੁਤਾਬਕ ਉਹਨਾਂ ਨੇ 19 ਜੁਲਾਈ ਨੂੰ ਹੀ ਅਸਤੀਫਾ ਦੇ ਦਿੱਤਾ ਸੀ। 4 ਮਹੀਨੇ ਪਹਿਲਾਂ 19 ਮਾਰਚ ਨੂੰ ਅਹੁਦਾ ਜੁਆਇਨ ਕਰਨ ਵਾਲੇ ਅਨਮੋਲ ਰਤਨ ਸਿੱਧੂ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ। ਦਿੱਤਾ 19 ਦਾ ਹੀ ਸੀਗਾ, ਕੋਈ ਮਤਲਬ ਆਪਦੀਆਂ ਪ੍ਰੀ ਆਕੂਪੇਸ਼ਨਸ ਹੈ ਉਸ ਕਰਕੇ। ਬਾਕੀ ਆਈ ਹੈਵ ਹਾਈ ਰਿਗਾਰਡਸ ਫॉर ਮਾਈ ਚੀਫ ਮਿਨਿਸਟਰ, ਹਾਈ ਰਿਗਾਰਡਸ ਫॉर ਦੀ ਕਨਵੀਨਰ ਆਫ ਦੀ ਪਾਰਟੀ ਕੇਜਰੀਵਾਲ ਸਾਹਿਬ ਐਂਡ ਰਾਘਵ ਚੱਡਾ ਜੀ ਆਲਸੋ। ਬੜੀ ਅੱਛੀ ਤਰ੍ਹਾਂ ਟੀਮ ਬਣੀ ਸੀ, ਜਿਵੇਂ ਗਾਈਡ ਕਰਦੇ ਸੀ ਉਵੇਂ ਅੱਗੇ ਚੱਲਦੇ ਸੀ ਤੇ ਚੱਲਦੇ ਵੀ ਰਹਾਂਗੇ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਮੇਰੀਆਂ ਕੁਛ ਆਪਦੀਆਂ ਸੀਗੀਆਂ ਮਜਬੂਰੀਆਂ। ਦੱਸ ਦਈਏ ਕਿ ਅਨਮੋਲ ਰਤਨ ਸਿੱਧੂ ਨੇ 3 ਲਾਈਨਾਂ ਦਾ ਅਸਤੀਫਾ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ, ਮੁੱਖ ਮੰਤਰੀ ਜੀ ਮੈਂ ਧੰਨਵਾਦ ਕਰਦਾ ਹਾਂ, ਪਾਰਟੀ ਨੇ ਮੈਨੂੰ ਪੰਜਾਬ ਦੇ ਐਡਵੋਕੇਟ ਜਨਰਲ ਦੇ ਵਜੋਂ ਮੌਕਾ ਦਿੱਤਾ। ਨਿੱਜੀ ਕਾਰਨਾਂ ਕਰਕੇ ਮੈਂ ਸੇਵਾਵਾਂ ਨਹੀਂ ਨਿਭਾ ਸਕਦਾ, ਇਸ ਲਈ ਮੈਂ ਅਸਤੀਫਾ ਦਿੰਦਾ ਹਾਂ। ਏਜੀ ਨੇ ਅਚਾਨਕ ਅਸਤੀਫਾ ਦਿੱਤਾ, ਜਿਸ ਤੋਂ ਬਾਅਦ ਕਈ ਸਵਾਲ ਵੀ ਖੜੇ ਹੋਏ ਨੇ। ਪਹਿਲਾ ਕਾਰਨ ਨਤੀਜੇ ਦੇਣ ਦਾ ਦਬਾਅ, ਦੂਜਾ ਬੇਅਦਬੀ ਕੇਸ ਦੇ ਵਿੱਚ ਸੁਣਵਾਈ, ਤੀਜਾ ਲਾਅ ਅਫਸਰਾਂ ਦੀ ਤਾਇਨਾਤੀ, ਚੌਥਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਕੇਸ ਤੇ ਪੰਜਵਾਂ ਕਾਰਨ ਸੂਤਰਾਂ ਮੁਤਾਬਕ ਏਜੀ ਤੇ ਅਫਸਰ ਦੀ ਬਹਿਸ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਏਜੀ ਨਿੱਜੀ ਕਾਰਨ ਦੱਸ ਰਹੇ ਨੇ, ਪਰ ਅਸਲ ਕਾਰਨ ਕੀ ਹੈ, ਇਹ ਸਵਾਲ ਜ਼ਰੂਰ ਉੱਠ ਰਹੇ ਨੇ। ਸਵਾਲ ਇਸ ਕਰਕੇ ਵੀ ਉੱਠ ਰਹੇ ਨੇ ਕਿਉਂਕਿ ਠੀਕ 4 ਮਹੀਨੇ ਦੇ ਵਿੱਚ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਐਡਵੋਕੇਟ ਜਨਰਲ ਦਾ ਜਿਹੜਾ ਅਹੁਦਾ ਹੁੰਦਾ ਹੈ ਬਹੁਤ ਵੱਡਾ ਹੁੰਦਾ ਹੈ। ਜਿਹੜੇ ਵਕੀਲ ਨੇ ਉਹ ਲਗਾਤਾਰ ਕੋਸ਼ਿਸ਼ਾਂ ਕਰਦੇ ਨੇ ਕਿ ਇਸ ਅਹੁਦੇ ਤੱਕ ਪਹੁੰਚੀਏ, ਪਰ ਜਦੋਂ ਕਿਸੇ ਵਕੀਲ ਨੂੰ, ਕਿਸੇ ਵੱਡੇ ਵਕੀਲ ਨੂੰ ਐਡਵੋਕੇਟ ਜਨਰਲ ਬਣਾਇਆ ਗਿਆ ਹੋਵੇ, ਪਰ ਉਹ 4 ਮਹੀਨੇ ਦੇ ਵਿੱਚ ਹੀ ਆਪਣੇ ਅਹੁਦੇ ਨੂੰ ਛੱਡ ਦੇਣ, ਯਾਨੀ ਰਿਜ਼ਾਈਨ ਕਰ ਦੇਣ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਗੱਲ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਰਹੇ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੀ। ਤੇ ਐਨਕਾਊਂਟਰ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਐਨਕਾਊਂਟਰ ਹੋਇਆ ਸੀ। ਐਨਕਾਊਂਟਰ ਤੋਂ ਪਹਿਲਾਂ ਸਰੈਂਡਰ ਕਰਨਾ ਚਾਹੁੰਦੇ ਸਨ, ਪਰ ਦੋਵਾਂ ਨੇ ਇਰਾਦਾ ਫਿਰ ਬਦਲ ਲਿਆ। ਮੂਸੇਵਾਲਾ ਕਤਲकांड ਦੇ ਵਿੱਚ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਦੋਵੇਂ ਸ਼ੂਟਰਸ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਦਾਅਵਾ ਕੀਤਾ ਗਿਆ ਸੀ ਕਿ ਉਸਨੇ ਰੂਪਾ ਤੇ ਮੰਨੂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਸੀ, ਪਰ ਉਹਨਾਂ ਨੇ ਪੁਲਿਸ ਦੇ ਨਾਲ ਲੜਨਾ ਪਸੰਦ ਕੀਤਾ, ਜਦੋਂ ਕਿ ਅਜਿਹਾ ਨਹੀਂ ਹੋਇਆ। ਐਨਕਾਊਂਟਰ ਟੀਮ ਦੇ ਵਿੱਚ ਸ਼ਾਮਲ ਅੰਮ੍ਰਿਤਸਰ ਦੇ ਡੀਸੀਪੀ MS ਭੁੱਲਰ ਨੇ ਖੁਲਾਸਾ ਕੀਤਾ ਕਿ ਰੂਪਾ ਤੇ ਮੰਨੂ ਦੋਵਾਂ ਨੇ ਮੀਡੀਆ ਦੇ ਸਾਹਮਣੇ ਸਰੈਂਡਰ ਕਰਨ ਦੇ ਲਈ ਕਿਹਾ ਸੀ, ਪਰ 5 ਮਿੰਟ ਬਾਅਦ ਮੁੜ ਤੋਂ ਪੁਲਿਸ ਦੇ ਉੱਤੇ फायरिंग शुरू कर दी। उसमें हमारे जो DSP बराड़ हैं उन्होंने बहुत कोशिश की, हमारे SP जगराज सिंह है उन्होंने बहुत कोशिश की, लेकिन उन्होंने हमारी एक नहीं सुनी और क्रॉस फायरिंग करते रहे। काफ़ी बार हमने कोशिश की है, इसीलिए इसको इतना टाइम लगा।
ਡੀਸੀਪੀ ਭੁੱਲਰ ਨੇ ਨਿਊਜ਼ 18 ਨੂੰ ਦੱਸਿਆ ਕਿ ਵਾਰ-ਵਾਰ ਡੀਸੀਪੀ ਵਿਕਰਮ ਬਰਾੜ ਦੋਵੇਂ ਸ਼ੂਟਰਸ ਨੂੰ ਸਰੈਂਡਰ ਕਰਨ ਦੇ ਲਈ ਕਹਿੰਦੇ ਰਹੇ, ਪਰ ਦੋਵੇਂ ਪੁਲਿਸ ਦੇ ਉੱਤੇ ਲਗਾਤਾਰ ਗੋਲੀਆਂ ਵਰਾਉਂਦੇ ਰਹੇ। ਉਧਰ AGTF ਅਤੇ CIA ਦੀ ਟੀਮ ਐਨਕਾਊਂਟਰ ਵਾਲੇ ਦਿਨ ਸਵੇਰੇ 4 ਵਜੇ ਦੇ ਕਰੀਬ ਮਾਨਸਾ ਤੋਂ ਅੰਮ੍ਰਿਤਸਰ ਦੇ ਲਈ ਨਿਕਲੀ। ਤਕਰੀਬਨ 10:15 ਵਜੇ ਦੋਨੋਂ ਸ਼ੂਟਰਸ ਨੂੰ ਚੇਜ਼ ਕਰਦੇ ਹੋਏ ਪੁਲਿਸ ਦੀ ਟੀਮ ਅੰਮ੍ਰਿਤਸਰ ਦੇ ਪਕਨਾ ਪਿੰਡ ਤੱਕ ਪਹੁੰਚੀ। ਪਤਾ ਲੱਗਿਆ ਕਿ ਦੋਵੇਂ ਸ਼ੂਟਰਸ ਪਿੰਡ ਦੇ ਬਾਹਰ ਇੱਕ ਸੁੰਨਸਾਨ ਘਰ ਦੇ ਵਿੱਚ ਲੁਕੇ ਹੋਏ ਨੇ, ਜਿਸ ਤੋਂ ਬਾਅਦ ਪੁਲਿਸ ਨੇ ਘਰ ਨੂੰ ਘੇਰ ਲਿਆ। ਖੁਦ ਨੂੰ ਘਿਰਦਾ ਦੇਖ ਕੇ ਦੋਵੇਂ ਸ਼ੂਟਰਸ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ। ਸਭ ਤੋਂ ਪਹਿਲਾਂ ਜਗਰੂਪ ਰੂਪੇ ਨੇ ਗੋਲੀ ਚਲਾਈ, ਜਿਸ ਨੂੰ ਦੇਖ ਕੇ ਐਨਕਾਊਂਟਰ ਵਾਲੀ ਥਾਂ ਦੇ ਉੱਤੇ ਸਭ ਤੋਂ ਨੇੜੇ CIA ਦੇ ਸਬ ਇੰਸਪੈਕਟਰ ਪ੍ਰਿਤਪਾਲ ਨੇ ਵੀ ਗੋਲੀ ਚਲਾ ਦਿੱਤੀ। ਇਸ ਦਾ ਖੁਲਾਸਾ ਖੁਦ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਵਿੱਚ CIA ਦੇ ਸਬ ਇੰਸਪੈਕਟਰ ਪ੍ਰਿਤਪਾਲ ने किया। सर, आप सबसे पहले मौका वारदात पर पहुंचे थे। हम आपसे जानना चाहेंगे किस तरह से आपने इस इनकाउंटर को अंजाम दिया और आपने पहली ये कैसे ताली चलाई थी जब आपके ऊपर काउंटर फायर हुआ? हाँ, जब मैं मेरी टीम और मेरे DSP सरदार विक्रम सिंह बराड़ नागरा साहब असी पूरी टीम के साथ मौका पर पहुंचे। मौके पर पहुंचते हुए असी रेड किया तो उत्तों मन्नू और रूपा ने साढ़े घर सीधा फायर मारिया, जो असी भी काफ़ी फायर करिया। ਸਬ ਇੰਸਪੈਕਟਰ ਪ੍ਰਿਤਪਾਲ ਦੀ ਮੰਨੀਏ ਤਾਂ ਪੁਲਿਸ ਨੂੰ ਕਰੀਬ 5.5 ਘੰਟੇ ਬਾਅਦ ਇੱਕ ਕਾਮਯਾਬੀ ਮਿਲੀ। ਉਧਰ ਅੰਮ੍ਰਿਤਸਰ ਦੇ ਪਕਨਾ ਪਿੰਡ ਦੇ ਵਿੱਚ ਐਨਕਾਊਂਟਰ ਹੋਇਆ ਤੇ ਐਨਕਾਊਂਟਰ ਵਾਲੇ ਦਿਨ 300 ਤੋਂ ਜ਼ਿਆਦਾ ਜਿਹੜੇ ਪੁਲਿਸ ਦੇ ਜਵਾਨ ਨੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਲਈ। 20 ਜੁਲਾਈ ਦੀ ਸਵੇਰ ਕਰੀਬ 10:15 ਵਜੇ ਜਿਵੇਂ ਕਿ ਮਾਨਸਾ ਤੋਂ ਫੋਰਸ ਅੰਮ੍ਰਿਤਸਰ ਦੇ ਪਕਨਾ ਪਿੰਡ ਪਹੁੰਚੀ, ਉਸ ਤੋਂ ਫੌਰਨ ਬਾਅਦ 300 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦੀ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਉਹ ਇਸ ਲਈ ਤਾਂ ਕਿ ਸ਼ੂਟਰਸ ਕਿਸੇ ਆਮ ਆਦਮੀ ਨੂੰ ਨੁਕਸਾਨ ਨਾ ਪਹੁੰਚਾ ਸਕਣ, क्योंकि शूटर्स जिस घर ਦੇ ਵਿੱਚ ਲੁਕੇ ਹੋਏ ਸਨ ਉੱਥੋਂ ਲਗਾਤਾਰ ਗੋਲੀਆਂ ਵਰਾ ਰਹੇ ਸੀ। वो करीब 30 से 35 लोग थे AGTF और मानसा के और हमारे कमिश्नरेट पुलिस के। उसके बाद जब हमने चारों तरफ से कॉर्डन किया तो तकरीबन हमारे 350-400 पुलिस ऑफिसर थे। जिस घर ਦੇ ਵਿੱਚ ਦੋਵੇਂ ਸ਼ੂਟਰਸ ਲੁਕੇ ਸਨ ਉਹ ਜ਼ਿਆਦਾ ਵੱਡਾ ਨਹੀਂ ਹੈ, ਪਰ ਦੋਵੇਂ ਸ਼ੂਟਰਸ ਘਰ ਦੀਆਂ ਪੌੜੀਆਂ ਦੇ ਕੋਲ ਬਣੀ ਇੱਕ ਤਾਕੀ ਦੇ ਜ਼ਰੀਏ ਫਾਇਰਿੰਗ ਕਰ ਰਹੇ ਸਨ। इसके बारे में हमारे पास कोई कंफर्म्ड इंफॉर्मेशन नहीं आई। लोग कह रहे हैं कि उनको ड्रॉप करके गया, लेकिन कौन आया, किस लिए आया, ये भी नहीं हमें पता कि ये किसी और बहक में जा रहे थे, किसी और फार्म हाउस में रुकने के लिए जा रहे थे। पुलिस को देखकर उस फार्म हाउस में घुस गए, ये भी अभी कंफर्म नहीं है। ये पार्ट ऑफ इन्वेस्टिगेशन है, धीरे धीरे पता लग जाएगा। ਹਾਂ, ਇਹਨਾਂ ਸ਼ੂਟਰਸ ਨੂੰ ਇਸ ਘਰ ਦੇ ਵਿੱਚ ਕਿਸੇ ਨੇ ਡ੍ਰੌਪ ਕੀਤਾ ਸੀ, ਇਸ ਬਾਰੇ ਵੀ ਪੁਲਿਸ ਕੁਝ ਕਨਫਰਮ ਨਹੀਂ ਕਰ ਰਹੀ ਹੈ। ਤਾਂ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ। 20 ਤਰੀਕ ਦੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਹੁਣ ਜਿਹੜੇ ਐਨਕਾਊਂਟਰ ਵਾਲੀ ਟੀਮ ਦੇ ਅਧਿਕਾਰੀ ਸੀ ਉਹ ਵੀ ਸਾਹਮਣੇ ਆਏ ਨੇ। ਐਕਸਕਲੂਸਿਵ ਉਹਨਾਂ ਨੇ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਹੈ। ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਦੇ ਐਨਕਾਊਂਟਰ ਦੇ ਵਿੱਚ ਸਾਹਮਣੇ ਆਇਆ ਕਿ ਰੂਪਾ ਪਹਿਲਾਂ ਤੋਂ ਹੀ ਮਰ ਗਿਆ ਸੀ, ਯਾਨੀ ਕਿ ਜਿਹੜਾ ਟਾਰਗੇਟ ਸੀ ਪੁਲਿਸ ਦਾ ਉਹੀ ਸੀ ਪਹਿਲਾਂ। ਰੂਪਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਮਨੂ ਲਗਾਤਾਰ ਪੁਲਿਸ ਦੇ ਉੱਤੇ ਫਾਇਰਿੰਗ ਕਰਦਾ ਰਿਹਾ। ਮਨੂ ਨੇ ਬਾਅਦ ਦੇ ਵਿੱਚ ਰੂਪਾ ਦੇ ਹਥਿਆਰਾਂ ਨਾਲ ਵੀ ਗੋਲੀਆਂ ਚਲਾਈਆਂ। ਐਨਕਾਊਂਟਰ ਖਤਮ ਹੋਣ ਤੋਂ ਬਾਅਦ ਪੁਲਿਸ ਜਦੋਂ ਉਸ ਘਰ ਦੇ ਵਿੱਚ ਵੜੀ ਜਿੱਥੇ ਦੋਵੇਂ ਲੁਕੇ ਬੈਠੇ ਸਨ ਤਾਂ ਪੁਲਿਸ ਤੋਂ ਉੱਥੋਂ ਹੀ AK-47 ਅਤੇ ਪਿਸਤੌਲ ਵੀ ਬਰਾਮਦ ਹੋਈ। ਭਾਰੀ ਤਾਦਾਦ ਦੇ ਵਿੱਚ ਗੋਲੀਆਂ ਜ਼ਰੂਰ ਦੋਵਾਂ ਦੇ ਕੋਲੋਂ ਮਿਲੀਆਂ ਸਨ। फायर किया है जो हमने लास्ट में देखे थे, दोनों पिस्टल जो है मनु के पास पड़े थे और AK-47 सर मनु के पास ही मिली है, क्योंकि जो पहले दूसरा लड़का था वो पहले उसकी डेथ हो चुकी थी, तो उसके वो हथियार उठाकर वो भी उसी के ऊपर रूपा की पहले सर। हाँ, रूपा की पहले डेथ हो चुकी थी। ਪੁਲਿਸ ਨੂੰ ਉਸ ਘਰ ਦੇ ਵਿੱਚ ਇੱਕ ਟੁੱਟਿਆ ਹੋਇਆ ਮੋਬਾਈਲ ਫੋਨ ਵੀ ਮਿਲਿਆ ਜਿੱਥੇ ਸ਼ੂਟਰਸ ਨੂੰ ਮਾਰ ਡਿਗਾਇਆ ਸੀ। ਪੁਲਿਸ ਨੇ ਕਾਲ ਡਿਟੇਲ ਦਾ ਪਤਾ ਲਗਾਉਣ ਦੇ ਲਈ ਇਸ ਨੂੰ ਫੋਰੈਂਸਿਕ ਵਿਭਾਗ ਦੇ ਕੋਲ ਵੀ ਭੇਜਿਆ ਹੈ। ਤਾਂ ਮਾਨਸਾ ਤੋਂ ਸਵੇਰੇ 4 ਵਜੇ ਪੁਲਿਸ ਨਿਕਲ ਚੁੱਕੀ ਸੀ। ਅੰਮ੍ਰਿਤਸਰ ਦੇ ਵਿੱਚ ਕਰੀਬ 11 ਵਜੇ ਦੇ ਨੇੜੇ ਐਨਕਾਊਂਟਰ ਦੀ ਜਿਹੜੀ ਪੂਰਾ ਆਪਰੇਸ਼ਨ ਹੈ ਉਸ ਨੂੰ ਅੰਜਾਮ ਦਿੱਤਾ ਗਿਆ, ਯਾਨੀ ਕਿ ਪੁਲਿਸ ਦੇ ਵੱਲੋਂ ਪੂਰੀ ਤਿਆਰੀ ਦੇ ਨਾਲ ਅੱਗੇ ਵਧਿਆ ਗਿਆ ਸੀ। ਖੈਰ, ਜਦੋਂ ਐਨਕਾਊਂਟਰ ਜਾਂ ਫਿਰ ਗੈਂਗਸਟਰਾਂ ਤੇ ਕਾਬੂ ਕਰਨ ਦਾ ਜ਼ਿੰਮਾ ਪੁਲਿਸ ਦੇ ਉੱਤੇ ਹੋਵੇ ਤੇ ਤਿਆਰੀ ਪੂਰੀ ਕੀਤੀ ਹੋਵੇ ਔਰ ਫਿਰ ਆਪਰੇਸ਼ਨ ਵੀ ਕੰਪਲੀਟ ਕੀਤਾ ਜਾਵੇ ਸਕਸੈਸਫੁਲੀ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਕਤਲ ਦਾ ਮੁਲਜ਼ਮ ਪੁਲਿਸ ਵਾਲਾ ਫਰਾਰ ਹੋ ਗਿਆ। ਇੱਕ ਵੱਡੀ ਖਬਰ ਹੈ ਉਸ ਦਾ ਰੁਖ ਕਰ ਰਹੇ ਹਾਂ। ਖਬਰ ਹੈ ਫਰੀਦਕੋਟ ਤੋਂ। ਫਰੀਦਕੋਟ ਪੁਲਿਸ ਦੀ ਗਿਰਫਤ ਦੇ ਵਿੱਚੋਂ ਨਿਕਲਿਆ ਇੱਕ ਕੈਦੀ ਜਿਸ ਦੇ ਉੱਤੇ ਕਤਲ ਦਾ ਇਲਜ਼ਾਮ ਹੈ ਔਰ ਹਸਪਤਾਲ ਦੇ ਵਿੱਚੋਂ ਇੱਕ ਕੈਦੀ ਫਰਾਰ ਹੋ ਗਿਆ। ਇਸ ਨੇ ਸ਼ਿਕਾਇਤ ਕੀਤੀ ਸੀ ਜਦੋਂ ਇਸ ਇਲਾਕਿਆਂ ਦੇ ਪਿੱਛੇ ਸੀ ਕਿ ਪੇਟ ਦੇ ਵਿੱਚ ਦਰਦ ਹੋ ਰਿਹਾ ਤੇ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਲੈ ਕੇ ਪਹੁੰਚੀ ਸੀ ਪੁਲਿਸ। ਫਰੀਦਕੋਟ ਜੇਲ੍ਹ ਤੋਂ ਹਸਪਤਾਲ ਲਿਆਂਦਾ ਗਿਆ ਸੀ ਇਹ ਮੁਲਜ਼ਮ। 2020 ਦੇ ਵਿੱਚ ਮੁਲਜ਼ਮ ਅੰਗਰੇਜ਼ ਸਿੰਘ ਦੇ ਉੱਤੇ ਇਹ ਪਰਚਾ ਕੇਸ ਦਰਜ ਹੋਇਆ ਸੀ। ਇਹ ਕਤਲ ਦਾ ਮੁਲਜ਼ਮ ਔਰ ਪੁਲਿਸ ਵਾਲਾ ਰਿਹਾ ਹੈ ਤੇ
फरार हो गया है। लाजमी तौर पर सवाल जरूर होंगे कि आखिर किस तरीके नाल उसने इस घटना ਨੂੰ अंजाम दिता कि पुलिस वाला होने की वजह ਦੇ ਨਾਲ उन्नी सख्ती पुलिस वालिਆਂ ਦੇ ਵੱਲੋਂ नहीं ਉੱਥੇ ਵਰਤੀ ਜਾ ਰਹੀ ਸੀ, ਇਸ ਕਰਕੇ ਉਹ ਭੱਜਣ 'ਚ ਕਾਮਯਾਬ ਰਿਹਾ। ਇਹ ਅੰਗਰੇਜ਼ ਸਿੰਘ ਪੁੱਤਰ ਸ਼ਿੰਦਰ ਸਿੰਘ ਬਾਜਾਖਾਨਾ ਦਾ ਰਹਿਣ ਵਾਲਾ ਸੀ। ਇਹਦੇ ਤੇ 2020 ਦੇ ਵਿੱਚ ਇੱਕ 302 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਥਾਣਾ ਜੈਤੋ। ਉਹ ਤੋਂ ਬਾਅਦ ਹੀ ਇਹ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ। ਤਾਂ ਕੱਲ ਰਾਤ ਇਹਨੂੰ ਕੋਈ ਛਾਤੀ ਦੇ ਦਰਦ ਦੀ ਇਹਨੇ ਸ਼ਿਕਾਇਤ ਕੀਤੀ, ਜਿਹਦੇ ਤਹਿਤ ਇਹਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੋਂ ਇਹ ਆਪਣੀ ਗਾਰਡ ਨੂੰ ਚਕਮਾ ਦੇ ਕੇ ਤੇ ਅੱਜ ਸਵੇਰੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। रुक करते हैं साडे सहयोगी इस समय फरीदकोट तो साडे नाल ने नरेश सेठी। नरेश, जानना चाहांगे पूरा मामला की है? ये उत्थे लैके पहुंचे सी, आम तौर ते बहुत करड़ी सुरक्षा हुंदी है, इस दे लई नहीं सी कि कुछ पुलिस दा तर्क है? बिल्कुल दसिए करो कि अंग्रेज सिंह नामक दा एक जिहड़ा फरीदकोट विच अंडर ट्रायल कैदी है, इस रात ਨੂੰ ਇਸੋਂ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪੀਟਲ ਵਿੱਚ ਦਾਖਲ ਕਰਾਇਆ ਗਿਆ ਸੀ, ਜਿੱਥੇ ਇਸ ਦੇ ਨਾਲ 3 ਸੁਰੱਖਿਆ ਮੁਲਾਜ਼ਮ ਵੀ ਜਿਹੜੇ ਇਹਦੇ ਨਾਲ ਗਾਰਡ ਦੇ ਤੌਰ ਤੇ ਆਏ ਸਨ। ਤਾਂ ਕਰੀਬ 11:30 ਵਜੇ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਔਰ 1 ਘੰਟੇ ਬਾਅਦ ਇਸ ਦਾ ਪਰਿਵਾਰ ਵੀ ਜਿਹੜਾ ਇਸ ਨੂੰ ਮਿਲਣ ਆਇਆ ਸੀ। ਪਰ ਉਸ ਤੋਂ ਕੁਝ ਦੇਰ ਬਾਅਦ ਯਾਨੀ ਕਿ 4:15 ਦੇ ਕਰੀਬ 4:30 ਦੇ ਕਰੀਬ ਜਿਹੜਾ ਇਹ ਕੈਦੀ ਉੱਥੋਂ ਜਦੋਂ ਸੁਰੱਖਿਆ ਕਰਮੀ ਜਿਹੜੇ ਉਹਦੇ ਕੋਲ ਨਹੀਂ ਸੀ ਉਸ ਵਕਤ, ਤਾਂ ਉੱਥੋਂ ਬੜੇ ਹੀ ਹੁਸ਼ਿਆਰੀ ਦੇ ਨਾਲ ਉੱਥੋਂ ਹਸਪਤਾਲ ਦੇ ਵਿੱਚੋਂ ਨਿਕਲ ਕੇ ਫਰਾਰ ਹੋ ਗਿਆ। ਔਰ ਜਦ ਥੋੜੀ ਦੇਰ ਬਾਅਦ ਕਰੀਬ 7-8 ਮਿੰਟ ਬਾਅਦ ਸੁਰੱਖਿਆ ਕਰਮੀ ਜਦੋਂ ਉਸਦੇ ਬੈੱਡ ਤੇ ਪਹੁੰਚਦੇ ਨੇ ਤੇ ਉੱਥੇ ਦੇਖਦੇ ਨੇ ਕਿ ਉਹ ਕੈਦੀ ਉੱਥੇ ਨਹੀਂ ਹੈ, ਤਾਂ ਉੱਥੋਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਪਰ ਤਦ ਤੱਕ ਜਿਹੜਾ ਕੈਦੀ ਹੈ ਜਿਹੜਾ ਫਰਾਰ ਹੋ ਚੁੱਕਾ ਸੀ। ਅੰਡਰ ਟਰਾਇਲ ਕੈਦੀ ਹੈ। ਦੱਸ ਦਈਏ ਕਿ ਇਸ ਦੇ ਖਿਲਾਫ ਜਿਹੜਾ ਕਤਲ ਦਾ ਮਾਮਲਾ ਦਰਜ ਸੀਗਾ ਔਰ ਉਸਦੀ ਜਿਹੜੇ ਹਜੇ ਵਿਚਾਰਧੀਨ ਕੈਦੀ ਮੰਨ ਸਕਦੇ, ਇਹਨੂੰ ਹਵਾਲਾਤੀ ਮੰਨ ਸਕਦੇ ਆ, ਹਜੇ ਇਸ ਦਾ ਫੈਸਲਾ ਆਉਣਾ ਬਾਕੀ ਸੀ। ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਸੁਰੱਖਿਆ ਕਰਮੀਆਂ ਨੂੰ ਜਿਹੜਾ ਚਕਮਾ ਦੇ ਕੇ ਫਰਾਰ ਹੋ ਗਿਆ। ਜੀ ਗੌਰਵ, शुक्रिया, धन्यवाद साडे नाल जुड़न दे लई। इस पूरी गलबात दे लई तां फरीदकोट पुलिस दी पूरी सुरक्षा दे उत्ते लाजमी तौर ते सवाल है कि कैदी नूं हस्पताल जेकर पहुंचाया जांदा है तां फिर उत्थे सुरक्षा दे पुख्ता इंतजाम घट्टो घट इहो जिहे इंतजाम किते जांदे ने कि ओह भज ना सके। पर यह पुलिस वाला जिस दे उत्ते कतल दे इल्जाम लगे 2020 दा पूरा मामला जदों परचा दर्ज होया, पुलिस लैके पहुंची सी कि छाती दे विच दर्द हो रहा, एमरजेंसी च भर्ती करवाया गया। फिर उस तो बाद यह चकमा दे के पुलिस नूं फरार हो गया। ਹੁਣ ਅਗਲੀ ਖਬਰ ਦਾ ਰੁਖ ਕਰਦੇ, ਇੱਕ ਵੱਡੀ ਖਬਰ ਹੈ ਮਿੱਡੂ ਖੇੜਾ ਕਤਲ ਕੇਸ ਦੇ ਨਾਲ ਜੁੜੀ ਹੋਈ। ਨਿਊਜ਼ 18 ਐਕਸਕਲੂਸਿਵ। ਜੀ ਹਾਂ, ਮਿੱਡੂ ਖੇੜਾ ਕਤਲ ਕਾਂਡ ਦੇ ਵਿੱਚ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ ਕਿ ਮਿੱਡੂ ਖੇੜਾ ਦਾ ਵਿੱਕੀ ਮਿੱਡੂ ਖੇੜਾ ਦਾ ਜਿਹੜਾ ਕਤਲ ਕੀਤਾ ਗਿਆ ਉਸ ਦੀ ਸਾਜ਼ਿਸ਼ ਰਚੀ ਗਈ ਸੀ ਆਰਮੀਨੀਆ ਦੀ ਜੇਲ੍ਹ ਦੇ ਵਿੱਚ ਔਰ ਗੌਰਵ ਉਰਫ ਲੱਕੀ ਪਟਿਆਲ ਨੇ ਇਹ ਪੂਰੀ ਪਲੈਨਿੰਗ ਕੀਤੀ ਸੀ। ਯਾਨੀ ਕਿ ਜਿਹੜੀ ਸਾਜ਼ਿਸ਼ ਘੜੀ ਗਈ ਵਿੱਕੀ ਮਿੱਡੂ ਖੇੜਾ ਦੇ ਕਤਲ ਦੀ, ਉਹ ਸਾਜ਼ਿਸ਼ ਘੜੀ ਗਈ ਸੀ ਗੌਰਵ ਉਰਫ ਲੱਕੀ ਪਟਿਆਲ ਦੇ ਵੱਲੋਂ। ਤੇ ਸ਼ਗਨਪ੍ਰੀਤ ਦੇ ਉੱਤੇ ਜੋ ਸ਼ਗਨਪ੍ਰੀਤ ਜੋ ਦੱਸਿਆ ਜਾਂਦਾ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ, ਹਾਲਾਂਕਿ ਉਸ ਨੂੰ ਲੈ ਕੇ ਵੀ ਸਵਾਲ ਹੈ। ਤੇ ਸ਼ਗਨਪ੍ਰੀਤ ਦੇ ਉੱਤੇ ਇਲਜ਼ਾਮ ਨੇ ਕਿ ਉਸਨੇ ਮਿੱਡੂ ਖੇੜਾ ਦੀ ਰੇਕੀ ਕੀਤੀ ਸੀ। ਤਾਂ ਪੁਲਿਸ ਦੀ ਚਾਰਜਸ਼ੀਟ ਦੇ ਵਿੱਚ ਇਹ ਖੁਲਾਸਾ ਹੋਇਆ। ਪੁਲਿਸ ਦੀ ਪੁੱਛ ਪੜਤਾਲ ਦੇ ਦੌਰਾਨ ਅਮਿਤ ਡਾਗਰ ਨੇ ਇਹ ਕਬੂਲ ਕੀਤਾ, ਮੰਨਿਆ ਲੱਕੀ ਪਟਿਆਲ ਨੇ ਵਿੱਕੀ ਨੂੰ ਮਾਰਨ ਦੇ ਲਈ ਕਿਹਾ ਸੀ। ਪੁਲਿਸ 10 ਦੇ ਵਿੱਚੋਂ 6 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਫਿਲਹਾਲ ਸ਼ਗਨਪ੍ਰੀਤ ਦੇ ਖਿਲਾਫ ਚਲਾਨ ਪੇਸ਼ ਨਹੀਂ ਕੀਤਾ ਗਿਆ। ਮੈਂ ਤੁਹਾਨੂੰ ਦੱਸ ਦਈਏ ਕਿ ਜਿਹੜੇ 6 ਜਣਿਆਂ ਦੇ ਖਿਲਾਫ ਚਲਾਨ ਪੇਸ਼ ਹੋਇਆ ਉਹਨਾਂ ਦੇ ਵਿੱਚ ਨਾਮ ਜਿਹੜੇ ਹੈਗੇ ਨੇ ਅਮਿਤ ਡਾਗਰ ਜੋ ਪੁਲਿਸ ਜਾਂਚ ਦੇ ਵਿੱਚ ਮੰਨਿਆ, ਭੂਪੀ ਰਾਣਾ, ਕੌਸ਼ਲ, ਸੱਜਣ ਭੋਲੂ, ਅਨਿਲ ਲੱਠ ਅਤੇ ਅਜੇ ਜ਼ਾਹਰ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਸਿਆਸਤ ਦੇ ਨਾਲ ਜੁੜੀ ਹੋਈ ਹੈ। ਸੋਨੀਆ ਗਾਂਧੀ ਦੀ ਈਡੀ ਦੇ ਸਾਹਮਣੇ ਪੇਸ਼ੀ ਅਤੇ ਪੁੱਛ ਪੜਤਾਲ ਦੇ ਵਿਰੋਧ ਦੇ ਵਿੱਚ ਕਾਂਗਰਸ ਵਰਕਰ ਇੱਕ ਵਾਰ ਮੁੜ ਤੋਂ ਸੜਕਾਂ ਤੇ ਉੱਤੇ ਉਤਰੇ ਤੇ ਸਤਿਆਗ੍ਰਹਿ ਕੀਤਾ। ਪੰਜਾਬ ਦੇ ਵਿੱਚ ਵੀ ਕਾਂਗਰਸ ਭਵਨ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੇ ਕਈ ਦਿੱਗਜ ਆਗੂ ਅਤੇ ਵਰਕਰ ਕਾਂਗਰਸ ਭਵਨ ਦੇ ਵਿੱਚ ਇਕੱਠਾ ਹੋਏ ਤੇ ਸੋਨੀਆ ਗਾਂਧੀ ਤੋਂ ਪੁੱਛ ਪੜਤਾਲ ਦੇ ਵਿਰੋਧ 'ਚ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ ਹੋਏ ਸਨ। 2014 'ਚ ਇਹਨਾਂ ਦੀ ਗਵਰਨਮੈਂਟ ਬਣੀ, ਉਸੇ ਦਿਨ ਹੀ ਇਹ ਨੈਸ਼ਨਲ ਹੈਰਲਡ ਦਾ ਕੇਸ ਇਹਨਾਂ ਨੂੰ ਚੁੱਕਣਾ ਚਾਹੀਦਾ ਸੀ ਔਰ ਉਹਨਾਂ ਨੂੰ ਉਸੇ ਦਿਨ ਹੀ ਬੁਲਾਉਣਾ ਚਾਹੀਦਾ ਸੀ ਕਿ ਤੁਸੀਂ ਆਪਣੇ 10 ਸਾਲ ਦੀ ਗਵਰਨਮੈਂਟ ਦੇ ਵਿੱਚ ਤੁਸੀਂ ਆਹ ਗਲਤੀਆਂ ਕੀਤੀਆਂ, ਅਸੀਂ ਐਕਸ਼ਨ ਕਰਨਾ ਚਾਹੁੰਦੇ। ਤੇ ਜੇ ਅੱਜ ਜਦੋਂ 1 ਸਾਲ ਪਾਰਲੀਮੈਂਟ ਦੀ ਇਲੈਕਸ਼ਨ 'ਚ ਰਹਿ ਜੇ ਤੇ ਉਹਦੇ ਬਾਅਦ ਕਿਸੇ ਨੂੰ ਤੰਗ ਕਰਨਾ, ਇਹਨੂੰ ਪੋਲੀਟੀਕਲ ਵੈਂਡੇਟਾ ਕਿਹਾ ਜਾਂਦਾ। ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਈਡੀ ਦੀ ਕਾਰਵਾਈ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ। ਲੋਕ ਇਹ ਸਮਝਦੇ ਹੋਣਗੇ ਕਿ ਸ਼ਾਇਦ ਅਸੀਂ ਸ਼੍ਰੀਮਤੀ ਸੋਨੀਆ ਗਾਂਧੀ ਦੇ ਵਾਸਤੇ ਅਸੀਂ ਸੱਤਿਆਗ੍ਰਹਿ ਤੇ ਬੈਠੇ। ਨਹੀਂ, ਸੋਨੀਆ ਗਾਂਧੀ ਜੀ ਦੇ ਵੱਲੋਂ ਨਿਰਦੇਸ਼ ਨੇ, ਚਾਹੇ ਉਹਨਾਂ ਨੂੰ 10 ਵਾਰ ਬੁਲਾਇਆ ਜਾਵੇ,
कोई परवाह नहीं है। लेकिन जिस प्रकार की राजनीति चल रही है कि दिल्ली के अंदर केंद्र सरकार एजेंसीज का गलत इस्तेमाल करके लोकतंत्र की आवाज़ ਨੂੰ दबाने की कोशिश की जा रही है। ਉੱਥੇ ਦਿੱਲੀ ਦੇ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਦੇ ਦੌਰਾਨ ਰਾਹੁਲ ਗਾਂਧੀ ਸਣੇ ਕਈ ਸੀਨੀਅਰ ਆਗੂਆਂ ਤੇ ਐਮਪੀਜ਼ ਨੂੰ ਵੀ ਹਿਰਾਸਤ ਦੇ ਵਿੱਚ ਪੁਲਿਸ ਨੇ ਲੈ ਲਿਆ। ਹੁਣ ਅਗਲੀ ਖਬਰ ਬਠਿੰਡਾ ਦੇ ਮਲੋਟ ਰੋਡ ਦੇ ਉੱਤੇ ਨਿੱਜੀ ਪੋਲੀਟੈਕਨੀਕਲ ਕਾਲਜ ਦੇ ਵਿੱਚ JEE ਦੇ ਪੇਪਰ ਦੇ ਦੌਰਾਨ ਹੰਗਾਮਾ ਹੋ ਗਿਆ ਤੇ ਇਹ ਹੰਗਾਮਾ ਹੋਇਆ ਕੜਾ ਉਤਾਰਨ ਨੂੰ ਲੈ ਕੇ। ਅਬੋਹਰ ਦਾ ਸਿੱਖ ਨੌਜਵਾਨ ਬਠਿੰਡਾ ਦੇ ਨਿੱਜੀ ਕਾਲਜ ਦੇ ਵਿੱਚ JEE ਦਾ ਪੇਪਰ ਦੇਣ ਪਹੁੰਚਿਆ ਸੀ ਪਰ ਉਸ ਨੂੰ ਪੇਪਰ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਤੇ ਇਲਜ਼ਾਮ ਨੇ ਇਸ ਦੀ ਵਜ੍ਹਾ ਸੀ ਕੜਾ ਤੇ ਕਿਹਾ ਗਿਆ ਕਿ ਜੇ ਪੇਪਰ ਦੇਣਾ ਤਾਂ ਕੜਾ ਉਤਾਰ ਦਿਓ, ਜਿਸ ਨੂੰ ਲੈ ਕੇ ਪੇਪਰ ਦੇਣ ਆਏ ਬੱਚਿਆਂ ਦੇ ਮਾਪਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਆ ਬੇਟੇ ਕੜਾ ਦਿਖਾਓ ਜਿਹੜਾ ਤੁਹਾਡਾ ਉਤਰਵਾ ਰਹੇ ਹੈ। ਆ ਕੜਾ ਹੈ ਜੀ, ਆ ਇਹਦਾ ਕੜਾ ਉਤਰਵਾ ਰਹੇ ਹੈ। ਆ ਪ੍ਰੈਸ ਵਾਲਿਆਂ ਦਾ ਫੋਨ ਵੀ ਆ ਰਿਹਾ, ਪ੍ਰੈਸ ਆ ਰਹੀ ਹੈ ਇੱਥੇ। ਇਹਨਾਂ ਨੂੰ ਅੱਜ ਬਹੁਤ ਵੱਡਾ ਇਸ਼ੂ ਆ ਇਹ ਤੇ ਆ ਦੇਖ ਲਓ ਜੀ, ਆ ਜਿਹੜਾ ਕੜਾ ਉਤਰਵਾ ਰਹੇ ਆ ਇਹ। ਰੌਲਾ ਪੈ ਰਿਹਾ ਸੀ ਤਾਂ ਉੱਥੇ ਸਿੱਖ ਜਥੇਬੰਦੀਆਂ ਵੀ ਪਹੁੰਚ ਗਈਆਂ ਤੇ ਉਹਨਾਂ ਨੇ 295A ਐਕਟ ਦੇ ਤਹਿਤ ਕੜਾ ਪਾਉਣ ਤੋਂ ਰੋਕਣ ਵਾਲੇ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਦਾ ਕੜਾ ਉਤਰਵਾਇਆ ਰਿਲੀਜੀਅਸ ਮੈਟਰ ਹੈ ਜੀ, ਉੱਤੇ 295A ਧਾਰਾ ਬਣਦੀ ਆ। ਮੈਂ SSP ਸਾਹਿਬ ਨੂੰ ਵੀ ਫੋਨ ਕੀਤਾ ਵੀ ਉੱਤੇ ਤੇ ਪਰਚਾ ਕੀਤਾ ਜਾਵੇ ਜੀ। ਦੂਜੇ ਸੂਬਿਆਂ ਦੇ ਵਿੱਚ ਕੜਾ ਉਤਾਰ ਕੇ ਇਮਤਿਹਾਨ ਦੇਣ ਤੋਂ ਰੋਕਣ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਕਾਲਜ ਪ੍ਰਬੰਧਕਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਪਰ ਪ੍ਰਬੰਧਕ ਅਜੇ ਬੋਲਣ ਤੋਂ ਬਚ ਰਹੇ ਨੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਰੇਵਾੜੀ ਤੋਂ ਹੈ। ਰੇਵਾੜੀ ਦੇ ਵਿੱਚ ਸੜਕ ਦੇ ਉੱਤੇ ਦੋ ਸਾਂਡਾਂ ਨੇ ਲੜਦੇ ਇੱਕ ਬਾਈਕ ਸਵਾਰ ਨੂੰ ਦਰੜ ਦਿੱਤਾ। ਬਾਈਕ ਸਵਾਰ ਦੋਵੇਂ ਢੱਠਿਆਂ ਨੂੰ ਸੜਕ ਦੇ ਉੱਤੇ ਭਿੜਦਾ ਦੇਖ ਕੇ ਖਤਰੇ ਨੂੰ ਪਹਿਲਾਂ ਤੋਂ ਹੀ ਭਾਪ ਗਏ ਸੀ, ਇਸ ਲਈ ਬਾਈਕ ਸਵਾਰ ਪਹਿਲਾਂ ਹੀ ਰੁਕ ਗਿਆ ਪਰ ਫਿਰ ਵੀ ਇੱਕ ਸਾਂਡ ਲੜਦੇ ਉਹਨਾਂ ਤੱਕ ਪਹੁੰਚ ਹੀ ਗਿਆ ਅਤੇ ਸਿੱਧਾ ਬਾਈਕ ਨੂੰ ਪਲਟ ਦਿੱਤਾ। ਰਾਹਤ ਦੀ ਗੱਲ ਰਹੀ ਕਿ ਬਾਈਕ ਨੂੰ ਡਿਗਾਉਣ ਤੋਂ ਪਹਿਲਾਂ ਸਾਂਡ ਨੇ ਨੌਜਵਾਨ ਦੇ ਉੱਤੇ ਮੁੜ ਤੋਂ ਹਮਲਾ ਨਹੀਂ ਕੀਤਾ। ਇਹਦੇ ਵਿੱਚ ਮੌਕੇ ਤੇ ਮੌਜੂਦ ਲੋਕਾਂ ਨੇ ਵਿਚਾਲੇ ਸੜਕ ਦੇ ਉੱਤੇ ਲੜ ਰਹੇ ਅਵਾਰਾ ਪਸ਼ੂਆਂ ਨੂੰ ਭਜਾਇਆ ਅਤੇ ਬਾਈਕ ਸਵਾਰ ਨੂੰ ਚੁੱਕਿਆ। ਘਟਨਾ ਰੇਵਾੜੀ ਬਾਵਲ ਰੋਡ ਦੇ ਉੱਤੇ ਜਲਿਆਂਵਾਲਾ ਪਿੰਡ ਦੀ ਹੈ। ਪਿੰਡ ਦੇ ਲੋਕ ਅਵਾਰਾ ਪਸ਼ੂਆਂ ਦੀ ਦਹਿਸ਼ਤ ਤੋਂ ਪਰੇਸ਼ਾਨ ਨੇ। ਪਿਛਲੇ 3 ਸਾਲਾਂ ਦੇ ਵਿੱਚ 3 ਲੋਕ ਅਵਾਰਾ ਪਸ਼ੂਆਂ ਦੀ ਵਜ੍ਹਾ ਦੇ ਨਾਲ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਕਈ ਲੋਕ ਜ਼ਖਮੀ ਵੀ ਹੋਏ ਨੇ। ਅੱਗੇ ਵਧਦੇ ਹਾਂ। ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਸਿੱਖਿਆ ਮੰਤਰੀ ਬੈਂਸ ਕੋਰੋਨਾ ਪਾਏ ਗਏ ਨੇ। ਉਹਨਾਂ ਨੇ ਟੈਸਟ ਕਰਵਾਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਕੋਵਿਡ ਪੋਜ਼ਿਟਿਵ ਆ ਗਈ ਤੇ ਟਵੀਟ ਕਰਕੇ ਖੁਦ ਹਰਜੋਤ ਬੈਂਸ ਹੋਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਅਪੀਲ ਕੀਤੀ ਗਈ ਹੈ ਕਿ ਸੰਪਰਕ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਧਿਆਨ ਜ਼ਰੂਰ ਰੱਖਣਾ। ਖੈਰ ਹਰਜੋਤ ਬੈਂਸ ਬਹੁਤ ਐਕਟਿਵ ਨਜ਼ਰ ਆਏ ਨੇ। 23 ਤਰੀਕ ਨੂੰ ਬੈਬਲ ਕਲਾਂ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਨੇ ਸਿੱਖ ਜਥੇਬੰਦੀਆਂ ਦੇ ਨਾਲ ਉੱਥੇ ਜੋ ਮੋਰਚਾ ਲਗਾਇਆ ਗਿਆ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਸੀ, ਗੱਲਬਾਤ ਕੀਤੀ ਸੀ ਤੇ ਹੁਣ ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ। ਤੇ ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਹੋ ਚਲਿਆ। ਫਿਲਹਾਲ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਤੇ ਰਾਤ 9 ਵਜੇ ਮੁੜ ਤੋਂ ਮੁਲਾਕਾਤ ਹੋਏਗੀ ਪੰਜਾਬ ਦੀਆਂ ਅਹਿਮ ਖਬਰਾਂ ਦੇ ਨਾਲ। ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਦੇ ਨਾਲ।